वेलकम दोस्तों, लर्न बैटर चैनल च तुहाडा स्वागत है। लास्ट वीडियो ਦੇ ਵਿੱਚ ਅਸੀਂ ਗੱਲ ਕੀਤੀ ਸੀ बेसिक्स ऑफ इंडियन पॉलिटी ਦੇ ਬਾਰੇ ਚ। ਇਹਦੇ ਚ ਅਸੀਂ बेसिक्स ਦੇਖਿਆ ਸੀ, रिपब्लिक ਕੀ ਹੈ, डेमोक्रेसी ਕੀ ਹੈ, फॉर द पीपल, ऑफ द पीपल, बाय द पीपल। ਫਿਰ ਅਸੀਂ ਗੱਲ ਕੀਤੀ ਸੀ ਕਨਸਟੀਟਿਊਸ਼ਨ ਦੇ ਬਾਰੇ ਚ, ਕਨਸਟੀਟਿਊਸ਼ਨ ਕਿਵੇਂ ਬਣਿਆ ਸਾਡਾ, ਕਨਸਟੀਟਿਊਟ ਅਸੈਂਬਲੀ ਦੇ ਬਾਰੇ ਚ ਗੱਲ ਕੀਤੀ ਸੀ। ਦੈਨ ਇਹਦੀਆਂ ਜਿਹੜੀਆਂ ਵੱਖਰੀਆਂ ਕਮੇਟੀਆਂ ਸੀ ਉਹਦੇ ਬਾਰੇ ਗੱਲ ਕੀਤੀ ਸੀ। ਜਿਹੜੀ ਫੇਮਸ ਕਮੇਟੀ ਸੀ ਡਰਾਫਟਿੰਗ ਕਮੇਟੀ, ਉਹਦੇ ਬਾਰੇ ਚ ਅਸੀਂ ਗੱਲ ਕੀਤੀ ਸੀ। ਸੋ ਅੱਜ ਅਸੀਂ ਇਹ ਤੋਂ ਅੱਗੇ ਸ਼ੁਰੂ ਕਰਾਂਗੇ। ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਸੋ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਐਸੈਂਸ਼ੀਅਲ ਫੀਚਰਸ ਆਫ ਇੰਡੀਅਨ ਕਨਸਟੀਟਿਊਸ਼ਨ ਦੇ ਬਾਰੇ 'ਚ। ਇਹਦੇ ਸਭ ਤੋਂ ਪਹਿਲਾਂ ਆਉਂਦਾ ਹੈ ਪ੍ਰੀਐਮਬਲ ਹੈ, ਫਿਰ ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਸੋ ਇਹਦੇ ਬਾਅਦ ਆਉਂਦਾ ਹੈ ਫੈਡਰਲ ਸਟਰਕਚਰ। ਫੈਡਰਲ ਸਟਰਕਚਰ ਦੇ ਕਿਹੜੇ ਆਰਗਨਸ ਹੁੰਦੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ। ਦੈਨ ਆਉਂਦਾ ਹੈ ਸਟੇਟ ਦੇ ਵਿੱਚ ਕਿਹੜੇ ਆਰਗਨਸ ਹੁੰਦੇ ਨੇ, ਗਵਰਨਰ ਹੁੰਦਾ ਆ, ਚੀਫ ਮਿਨਿਸਟਰ ਹੁੰਦਾ ਆ, ਦੈਨ ਕਿਵੇਂ ਉਹ ਗਵਰਨਮੈਂਟ ਚੱਲਦੀ ਹੈ। ਦੈਨ ਉਹਦੇ ਬਾਅਦ ਕਰਾਂਗੇ ਸੈਂਟਰ ਸਟੇਟ ਦਾ ਰਿਲੇਸ਼ਨ, ਕਿਵੇਂ ਸੈਂਟਰ ਸਟੇਟ ਦੀਆਂ ਪਾਵਰਾਂ ਜਿਹੜੀਆਂ ਨੇ ਉਹ ਡਿਵਾਈਡ ਕੀਤੀਆਂ ਗਈਆਂ ਨੇ ਕਨਸਟੀਟਿਊਸ਼ਨ ਦੇ ਵਿੱਚ। ਸੋ ਸਭ ਤੋਂ ਪਹਿਲਾਂ ਆਉਂਦਾ ਹੈ ਪ੍ਰੀਐਮਬਲ। ਪ੍ਰੀਐਮਬਲ ਹੈ ਸਾਡੇ ਕਨਸਟੀਟਿਊਸ਼ਨ ਦਾ ਸਭ ਤੋਂ ਪਹਿਲਾ ਪਾਰਟ ਹੈ। ਜਿਵੇਂ ਕੋਈ ਵੀ ਬੁੱਕ ਸ਼ੁਰੂ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਪ੍ਰੋਲੋਗ ਆਉਂਦਾ ਆ। ਸੋ ਇਸੇ ਤਰ੍ਹਾਂ ਕਨਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆ ਪ੍ਰੀਐਮਬਲ। ਪ੍ਰੀਐਮਬਲ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੀਆਂ ਬੇਸਿਕ ਜਿਹੜੀਆਂ ਚੀਜ਼ਾਂ ਨੇ ਕਿ ਕਨਸਟੀਟਿਊਸ਼ਨ ਦਾ ਨੇਚਰ ਕੀ ਆ, ਉਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਨੇ। ਸੋ ਇਹਦੇ ਟੈਕਸਟ ਤੋਂ ਕੱਲੀ ਚੀਜ਼ ਜਿਹੜੀ ਆ ਉਹ ਸਮਝ ਆਉਂਦੀ ਆ। ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਜਿਹੜੇ ਕੱਲੇ ਵਰਡਸ ਨੇ ਇਹ ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛੇ ਜਾਂਦੇ ਨੇ। ਸੋ ਇਹਨੂੰ ਜੇ ਅਸੀਂ ਪੜ੍ਹੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆ ਦ ਪੀਪਲ ਆਫ ਇੰਡੀਆ। ਸੋ ਇੰਡੀਆ ਜਿਹੜਾ ਹੈ ਕੰਟਰੀ ਦਾ ਨਾਮ ਦਿੱਤਾ ਗਿਆ ਹੈ ਇੰਡੀਆ। ਬਹੁਤ ਵਾਰੀ ਪੇਪਰ ਦੇ ਵਿੱਚ ਕਨਫਿਊਜ਼ ਕਰਨ ਵਾਸਤੇ ਪੁੱਛਿਆ ਜਾਂਦਾ ਹੈ ਕਿ ਹਿੰਦੁਸਤਾਨ ਇੰਡੀਆ ਦਾ ਨਾਮ ਹੈ ਜਾਂ ਨਹੀਂ ਆ। ਸੋ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਹਿੰਦੁਸਤਾਨ ਨਹੀਂ ਲਿਖਿਆ ਗਿਆ। ਜੇ ਹਿੰਦੀ ਵਰਸ਼ਨ ਵੀ ਇਹਦਾ ਦੇਖੀਏ ਤਾਂ ਉਹਦੇ ਵਿੱਚ ਵੀ ਭਾਰਤ ਲਿਖਿਆ ਹੈ, ਇੰਡੀਆ ਦੈਟ ਇਜ਼ ਭਾਰਤ। ਸੋ ਇੰਡੀਆ ਤੇ ਭਾਰਤ ਜਿਹੜੇ ਨੇ ਉਹ ਕੰਟਰੀ ਦੇ ਨਾਮ ਹੈ। ਜਿਹੜਾ ਹਿੰਦੁਸਤਾਨ ਹੈ ਉਹ ਕਿਤੇ ਵੀ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਆਉਂਦਾ। ਸੋ ਇਹ ਵੀ ਇੱਕ ਨੋਟ ਕਰਨ ਵਾਲੀ ਪੁਆਇੰਟ ਹੈ। ਸੋ ਦੈਨ ਆਉਂਦਾ ਹੈ ਹੈਵਿੰਗ ਸੋਲਮਨਲੀ ਰਿਜ਼ੋਲਵਡ ਟੂ ਕਨਸਟੀਟਿਊਟ ਇੰਡੀਆ ਇਨਟੂ ਅ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ। ਸੋ ਇਹਦੇ ਤਿੰਨ ਵਰਡ ਆਏ ਨੇ, ਸੋਵਰਨ, ਡੈਮੋਕ੍ਰੈਟਿਕ ਤੇ ਰਿਪਬਲਿਕ। ਇਹਨਾਂ ਤਿੰਨਾਂ ਦਾ ਸਾਨੂੰ ਮੀਨਿੰਗ ਜਿਹੜਾ ਹੈ ਪਤਾ ਹੋਣਾ ਚਾਹੀਦਾ ਆ। ਸੋ ਪਹਿਲਾ ਵਰਡ ਆਉਂਦਾ ਹੈ ਸੋਵਰਨ। ਸੋ ਇਸ ਕਰਕੇ ਦਿੱਤਾ ਆ ਕਿ ਇਹਦੇ ਵਿੱਚ ਡਿਫਾਈਨ ਕੀਤਾ ਗਿਆ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿ ਇੰਡੀਆ ਦਾ ਜਿਹੜਾ ਰਾਜ ਆ ਉਹ ਕਿਵੇਂ ਦਾ ਹੋਏਗਾ। ਸੋ ਸੋਵਰਨ ਡਿਫਾਈਨ ਕਰਦਾ ਹੈ ਕਿ ਇੰਡੀਆ ਦੇ ਵਿੱਚ ਰੂਲ ਆਫ ਲਾਅ ਹੋਏਗਾ। ਸੋ ਇਹਦੇ ਵਿੱਚ ਜਿਹੜਾ ਕੋਈ ਕਿੰਗ ਜਾਂ ਕੁਈਨ ਦਾ ਰਾਜ ਨਹੀਂ ਹੈ। ਇੰਡੀਆ ਤੇ ਕਿਸੇ ਬਾਹਰਲੀ ਕੰਟਰੀ ਦਾ ਰਾਜ ਨਹੀਂ ਹੈ, ਬ੍ਰਿਟਿਸ਼ ਦਾ ਰੂਲ ਨਹੀਂ ਹੈ। ਸੋ ਇੰਡੀਆ ਤੇ ਜਿਹੜਾ ਆ ਇੰਡੀਪੈਂਡੈਂਟ ਕੰਟਰੀ ਆ, ਇੰਡੀਆ ਦੇ ਉੱਪਰ ਇਹਨਾਂ ਦੇ ਲੋਕਾਂ ਦਾ ਰਾਜ ਆ। ਸੋ ਸੋਵਰਨ ਵਰਡ ਇਸੇ ਕਰਕੇ ਪ੍ਰੀਐਮਬਲ ਦੇ ਵਿੱਚ ਰੱਖਿਆ ਗਿਆ ਹੈ। ਬੇਸਿਕ ਨੇਚਰ ਦੱਸਦਾ ਹੈ ਕੰਟਰੀ ਦੀ ਕਿ ਬੇਸਿਕ ਨੇਚਰ ਕੀ ਹੈ ਕੰਟਰੀ ਦੀ। ਦੈਨ ਆਉਂਦਾ ਹੈ ਡੈਮੋਕ੍ਰੈਟਿਕ। ਸੋ ਡੈਮੋਕ੍ਰੈਟਿਕ ਡਿਫਾਈਨ ਕਰਦਾ ਆ ਕਿ ਜਿਹੜਾ ਰੂਲ ਆ ਉਹ ਹੋਏਗਾ ਆਫ ਦਾ ਪੀਪਲ, ਫॉर ਦਾ ਪੀਪਲ ਤੇ ਬਾय ਦਾ ਪੀਪਲ। ਸੋ ਲੋਕਾਂ ਵੱਲੋਂ ਹੀ ਰਾਜ ਹੋਏਗਾ। ਸੋ ਲੋਕਾਂ ਦਾ ਹੀ ਰਾਜ ਹੈ ਇੱਥੇ ਕਿਸੇ ਕਿੰਗ ਕੁਈਨ ਦਾ ਰਾਜ ਨਹੀਂ ਹੈ। ਸੋ ਇਹ ਵੀ ਡਿਫਾਈਨ ਕਰਦਾ ਹੈ ਇੱਕ ਬੇਸਿਕ ਨੇਚਰ ਇੰਡੀਆ ਦੀ ਕਿ ਇੰਡੀਆ ਜਿਹੜਾ ਹੈ ਉਹ ਇੱਕ ਡੈਮੋਕ੍ਰੈਟਿਕ ਕੰਟਰੀ ਹੈ। ਸੋ ਦੈਨ ਆਉਂਦਾ ਹੈ ਰਿਪਬਲਿਕ। ਸੋ ਰਿਪਬਲਿਕ ਡਿਫਾਈਨ ਕਰਦਾ ਹੈ ਕਿ ਇੱਥੇ ਗਵਰਨਮੈਂਟ ਦੀ ਨੇਚਰ ਕਿਦਾਂ ਦੀ ਆ। ਸੋ ਰਿਪਬਲਿਕ ਹੈ ਕਿ ਗਵਰਨਮੈਂਟ ਆਫ ਰਿਪਰੈਜ਼ੈਂਟੇਟਿਵ ਆਫ ਸਿਟੀਜ਼ਨਸ, ਕਿ ਸਿਟੀਜ਼ਨਸ ਦੀ ਗਵਰਨਮੈਂਟ ਆ। ਸਿਟੀਜ਼ਨ ਜਿਹੜੇ ਆ ਉਹ ਆਪਣੇ ਰਿਪਰੈਜ਼ੈਂਟੇਟਿਵ ਚੁਣ ਕੇ ਭੇਜਣਗੇ। ਸੋ ਉਹਨਾਂ ਦੀ ਹੀ ਗਵਰਨਮੈਂਟ ਹੋਏਗੀ। ਸੋ ਇਹ ਤਿੰਨੇ ਵਰਡ ਜਿਹੜੇ ਨੇ ਬਹੁਤ ਇੰਪੋਰਟੈਂਟ ਨੇ ਕਿ ਸੋਵਰਨ, ਡੈਮੋਕ੍ਰੈਟਿਕ ਤੇ ਰਿਪਬਲਿਕ ਨੇਚਰ ਦੀ ਜਿਹੜੀ ਆ ਸਾਡੀ ਪੋਲਿਟਿਕਸ ਆ। ਸੋ ਜਿਹੜੀ ਗਵਰਨਮੈਂਟਸ ਇੰਡੀਆ ਦੇ ਵਿੱਚ ਚੁਣੀ ਜਾਂਦੀ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਚੁਣੀ ਜਾਂਦੀ ਹੈ। ਉਹਦੇ ਅੱਗੇ ਆ ਐਂਡ ਟੂ ਸਿਕਿਉਰ ਆਲ ਇਟਸ ਸਿਟੀਜ਼ਨਸ ਨੂੰ ਕੀ ਸਿਕਿਉਰ ਕੀਤਾ ਗਿਆ ਹੈ, ਜਸਟਿਸ। ਸੋ ਉਹਨਾਂ ਦਾ ਜਸਟਿਸ ਜਿਹੜਾ ਹੈ ਉਹ ਸਿਕਿਉਰਡ ਹੈ। ਕਿਹੜੀ ਚੀਜ਼ ਦੇ ਵਿੱਚ, ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ। ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ ਫੀਲਡ ਦੇ ਵਿੱਚ ਜਸਟਿਸ ਮਿਲੇਗਾ ਇਹਨਾਂ ਦੇ ਸਿਟੀਜ਼ਨਸ ਨੂੰ। ਸੋ ਦੈਨ ਹੈ ਲਿਬਰਟੀ ਆਫ ਥਾਟਸ, ਐਕਸਪ੍ਰੈਸ਼ਨਸ, ਬਿਲੀਫਸ, ਫੇਥਸ ਐਂਡ ਵਰਸ਼ਿਪ। ਸੋ ਇੱਥੇ ਲਿਬਰਟੀ ਆ, ਲੋਕਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਕਿਹੜੀ ਚੀਜ਼ ਦੀ, ਉਹਨਾਂ ਦੇ ਥਾਟਸ ਦੀ। ਜਿਹੜੀ ਸੋਚ ਹੈ ਲੋਕਾਂ ਦੀ ਉਹ ਆਪਣੀ ਲਿਬਰਟੀ ਦੇ ਨਾਲ ਉਹ ਸੋਚ ਸਕਦੇ ਨੇ। ਦੈਨ ਐਕਸਪ੍ਰੈਸ਼ਨ ਦੇ ਵਿੱਚ ਕੀ ਹੈ, ਲੋਕ ਆਪਣੀ ਜਿਹੜੀ ਗੱਲ ਹੈ ਉਹ ਰੱਖ ਸਕਦੇ ਨੇ। ਰਾਈਟ ਟੂ ਫ੍ਰੀ ਸਪੀਚ ਹੈ। ਇਹਦੇ ਵਿੱਚ ਰਾਈਟ ਟੂ ਫ੍ਰੀ ਸਪੀਚ ਥੋੜੀ ਲਿਮਟਿਡ ਹੁੰਦੀ ਹੈ, ਅਸੀਂ ਅੱਗੇ ਗੱਲ ਕਰਾਂਗੇ। ਸੋ ਬਟ ਇਹ ਜਿਹੜੀ ਹੈ ਲਿਬਰਟੀ ਦਿੱਤੀ ਗਈ ਲੋਕਾਂ ਨੂੰ ਥਾਟਸ ਦੀ, ਐਕਸਪ੍ਰੈਸ਼ਨ ਦੀ, ਬਿਲੀਵ ਦੀ। ਬਿਲੀਵ ਕੀ ਹੈ, ਲੋਕੀ ਕਿਸੇ ਵੀ ਜਿਹੜੇ ਧਰਮ ਨੂੰ ਮੰਨ ਸਕਦੇ ਨੇ, ਕਿਸੇ ਵੀ ਬਿਲੀਫ ਨੂੰ ਮੰਨ ਸਕਦੇ ਨੇ। ਸੋ ਉਹਦੇ ਬਾਅਦ ਹੈ ਫੇਥ, ਕਿਸੇ ਵੀ ਚੀਜ਼ ਦੇ ਵਿੱਚ ਫੇਥ ਰੱਖ ਸਕਦੇ ਨੇ। ਦੈਨ ਹੈ ਵਰਸ਼ਿਪ। ਸੋ ਕਿਸੇ ਵੀ ਧਰਮ ਦੀ ਜਿਹੜੀ ਆ ਵਰਸ਼ਿਪ ਕਰ ਸਕਦੇ ਨੇ, ਚਾਹੇ ਉਹ ਹਿੰਦੂ, ਮੁਸਲਿਮ, ਸਿੱਖ, ਈਸਾਈ ਆ। ਸੋ ਕਿਸੇ ਵੀ ਧਰਮ ਨੂੰ ਉਹ ਜਿਹੜੇ ਆ ਪੂਜਾ ਕਰ ਸਕਦੇ ਨੇ, ਕਿਸੇ ਧਰਮ ਦੀ ਪੂਜਾ ਕਰ ਸਕਦੇ ਨੇ। ਉਹਦੇ ਵਿੱਚ ਲਿਬਰਟੀ ਦਿੱਤੀ ਗਈ ਹੈ ਲੋਕਾਂ ਨੂੰ। ਸੋ ਇਹ ਬੇਸਿਕ ਜਿਹੜੀ ਕਨਸਟੀਟਿਊਸ਼ਨ ਹੈ ਇਹਦਾ ਪ੍ਰੀਐਮਬਲ ਹੀ ਡਿਫਾਈਨ ਕਰਦਾ ਹੈ ਕਿ ਲੋਕਾਂ ਨੂੰ ਲਿਬਰਟੀ ਹੋਏਗੀ ਇਸ ਦੀ। ਦੈਨ ਕੀ ਹੈ ਇਕੁਐਲਿਟੀ ਕਾਹਦੇ ਵਿੱਚ, ਆਫ ਸਟੇਟਸ ਐਂਡ ਆਫ ਓਪਰਚੁਨਿਟੀ ਐਂਡ ਟੂ ਪ੍ਰਮੋਟ ਅਮੰਗ them all।
ਸੋ ਇਹਦੇ ਵਿੱਚ ਕੀ ਆ, ਇਕੁਐਲਿਟੀ ਹੈ ਲੋਕਾਂ ਦੇ ਵਿੱਚ, ਸਾਰਿਆਂ ਦੇ ਵਿੱਚ। ਸੋ ਪਹਿਲਾਂ ਕੀ ਸੀ, ਹਿੰਦੂ ਵਰਨਾ ਦੇ ਵਿੱਚ 4 ਜਿਹੜੇ ਸੈਕਟ ਸੀ ਉਹ ਡਿਵਾਈਡ ਸੀ, ਜਿਹਦੇ ਵਿੱਚ ਬ੍ਰਾਹਮਣ, ਕਸ਼ਤਰੀय, ਸ਼ੂਦਰਸ ਆਉਂਦੇ ਸੀ। ਸੋ ਉਹਦੇ ਵਿੱਚ ਕੀ ਸੀ, ਦਲਿਤਸ ਨੂੰ ਕਿਤੇ ਵੀ ਜਿਹੜੀ ਜਗ੍ਹਾ ਨਹੀਂ ਸੀ ਦਿੱਤੀ ਜਾਂਦੀ। ਸੋ ਦਲਿਤਸ ਨੂੰ ਜਿਹੜੇ ਆ ਉਠਾਉਣ ਵਾਸਤੇ ਇਕੁਐਲਿਟੀ ਦਿੱਤੀ ਗਈ ਆ ਕਿ ਸਾਰੇ ਲੋਕ ਜਿਹੜੇ ਉਹ ਬਰਾਬਰ ਮੰਨੇ ਜਾਣਗੇ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੈ, ਉਹਨਾਂ ਨੂੰ ਇਕੁਐਲਿਟੀ ਦਿੱਤੀ ਜਾਊਗੀ। ਇਕੁਐਲਿਟੀ ਕਾਹਦੇ ਵਿੱਚ ਦਿੱਤੀ ਜਾਊਗੀ? ਪਹਿਲਾਂ ਤਾਂ ਹੈ ਸਟੇਟਸ ਦੇ ਵਿੱਚ ਕੀ ਹੁੰਦਾ ਸੀ, ਪਹਿਲਾਂ ਤਾਂ ਕਈ ਜਿਹੜੇ ਆ ਲੋਕਾਂ ਨੂੰ ਪਾਣੀ ਵੀ ਨਹੀਂ ਸੀ ਪੀਣ ਦਿੱਤਾ ਜਾਂਦਾ ਖੂਹਾਂ ਤੋਂ, ਜਿਹੜੇ ਖੂਹ ਬਣੇ ਸੀ ਉਹਨਾਂ ਦੇ ਵਿੱਚ ਵੀ ਜਾਤੀਵਾਦ ਸੀ। ਸੋ ਇਹਦੇ ਵਿੱਚ ਇਕੁਐਲਿਟੀ ਦਿੱਤੀ ਗਈ ਹੈ ਕਨਸਟੀਟਿਊਸ਼ਨ ਵੱਲੋਂ ਕਿ ਕਨਸਟੀਟਿਊਸ਼ਨ ਆਜ਼ਾਦੀ ਦਿੰਦਾ ਹੈ, ਸਾਰਿਆਂ ਦਾ ਸਟੇਟਸ ਜਿਹੜਾ ਹੈ ਉਹ ਸੇਮ ਹੈ, ਇਕੁਅਲ ਹੈ। ਦੈਨ ਹੈ ਓਪਰਚੁਨਿਟੀ। ਸੋ ਓਪਰਚੁਨਿਟੀ ਜਿਹੜੀ ਹੈ ਸਾਰਿਆਂ ਨੂੰ ਬਰਾਬਰ ਦੀ ਦਿੱਤੀ ਜਾਏਗੀ। ਸੋ ਇਸੇ ਓਪਰਚੁਨਿਟੀ ਕਰਕੇ ਜਿਹੜੀ ਹੈ ਰਿਜ਼ਰਵੇਸ਼ਨ ਰੱਖੀ ਗਈ ਸੀ ਇੰਡੀਆ ਦੇ ਵਿੱਚ। ਰਿਜ਼ਰਵੇਸ਼ਨ ਦਾ ਜਿਹੜਾ ਮੋਟਿਵ ਸੀ ਉਹ ਇਹ ਸੀ ਕਿ ਜਿਹੜੇ ਲੋਕ ਤਾਂ ਆਲਰੇਡੀ ਪੜ੍ਹ ਚੁੱਕੇ ਨੇ, ਆਲਰੇਡੀ ਅੱਗੇ ਆ ਚੁੱਕੇ ਨੇ, ਉਹਨਾਂ ਨੂੰ ਤਾਂ ਓਪਰਚੁਨਿਟੀ ਮਿਲਦੀ ਹੈ। ਜਿਹੜੇ ਦੱਬੇ ਕੁਚਲੇ ਲੋਕ ਨੇ, ਜਿਹੜੇ ਦਲਿਤਸ ਨੇ ਜਾਂ SC ST ਨੇ, ਜਿਹੜੇ ਸ਼ਡਿਊਲ ਟ੍ਰਾਈਬਸ ਦੇ ਵਿੱਚ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਅੱਗੇ ਕਿਹੜੀ ਚੀਜ਼ ਆਉਂਦੀ ਆ, ਸੋ ਉਹਨਾਂ ਵਾਸਤੇ ਵੀ ਰਿਜ਼ਰਵੇਸ਼ਨ ਰੱਖੀ ਗਈ ਸੀ ਕਿ ਉਹਨਾਂ ਵਾਸਤੇ ਵੀ ਕੁਝ ਕੁ ਸੀਟਾਂ ਜਿਹੜੀਆਂ ਨੇ ਉਹ ਰਾਖਵੀਆਂ ਰੱਖੀਆਂ ਜਾਣ ਕਿ ਉਹ ਵੀ ਅੱਗੇ ਆ ਕੇ ਆਪਣੀ ਜਿਹੜੀ ਕਮਿਊਨਿਟੀ ਆ ਉਹਨੂੰ ਸਰਵ ਕਰ ਸਕਣ, ਆਪਣੇ ਜਿਹੜੇ ਵਿਚਾਰ ਆ ਉਹ ਰੱਖ ਸਕਣ ਅੱਗੇ। ਸੋ ਇਸੇ ਕਰਕੇ ਰਿਜ਼ਰਵੇਸ਼ਨ ਰੱਖੀ ਗਈ ਸੀ ਆਫ ਓਪਰਚੁਨਿਟੀ ਕਿ ਸਾਰਿਆਂ ਨੂੰ ਓਪਰਚੁਨਿਟੀ ਦੇਣ ਵਾਸਤੇ, ਇਕੁਅਲ ਓਪਰਚੁਨਿਟੀ ਦੇਣ ਵਾਸਤੇ। ਦੈਨ ਕੀ ਹੈ, ਟੂ ਪ੍ਰਮੋਟ ਅਮੰਗ them all। ਸੋ ਇਸੇ ਇਕੁਐਲਿਟੀ ਨੂੰ ਜਿਹੜਾ ਹੈ ਉਹ ਪ੍ਰਮੋਟ ਵੀ ਕੀਤਾ ਜਾਊਗਾ ਸਾਰਿਆਂ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਹੈ ਕਨਸਟੀਟਿਊਸ਼ਨ ਦੇ ਪ੍ਰੀਐਮਬਲ ਦੇ ਵਿੱਚ ਹੀ ਰੱਖੀ ਗਈ ਹੈ ਇਕੁਐਲਿਟੀ। ਉਸ ਤੋਂ ਬਾਅਦ ਹੈ ਫ੍ਰੈਟਰਨਿਟੀ ਹੁੰਦਾ ਹੈ ਭਾਈਚਾਰਾ। ਸੋ ਬ੍ਰਦਰਲੀਹੁੱਡ ਦਾ ਜਿਹੜਾ ਰਿਲੇਸ਼ਨ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਫ੍ਰੈਟਰਨਿਟੀ। ਸੋ ਇਹਦੇ ਵਿੱਚ ਅਸ਼ੋਰਿੰਗ ਦ ਡਿਗਨਿਟੀ ਆਫ ਇੰਡੀਵਿਜੂਅਲ ਐਂਡ ਦ ਯੂਨਿਟੀ ਆਫ ਦ ਨੇਸ਼ਨ। ਸੋ ਇਹਦੇ ਵਿੱਚ ਕੀ ਆ ਕਿ ਕੱਲੇ ਦੀ ਡਿਗਨਿਟੀ ਦਾ ਵੀ ਧਿਆਨ ਰੱਖਿਆ ਜਾਏਗਾ ਤੇ ਨਾਲ ਹੀ ਯੂਨਿਟੀ ਆਫ ਨੇਸ਼ਨ ਦਾ ਵੀ ਧਿਆਨ ਰੱਖਿਆ ਜਾਏਗਾ। ਉਸ ਟਾਈਮ ਦੇ ਉੱਤੇ ਕੀ ਸੀ ਕਿ ਇੰਡੀਆ ਜਿਹੜਾ ਆ ਬਹੁਤ ਸਾਰੇ ਛੋਟੇ ਜਿਹੜੇ ਆ ਪ੍ਰਿੰਸਲੀ ਸਟੇਟਸ ਦੇ ਵਿੱਚ ਡਿਵਾਈਡ ਸੀ। ਸੋ ਇਸ ਕਰਕੇ ਇਹਨੂੰ ਰੱਖਿਆ ਗਿਆ ਕਿ ਯੂਨਿਟੀ ਦਾ ਵੀ ਧਿਆਨ ਰੱਖਿਆ ਜਾਵੇ ਤੇ ਨਾਲ ਹੀ ਜਿਹੜੀ ਆ ਸਾਰਿਆਂ ਦੇ ਵਿੱਚ ਭਾਈਚਾਰਾ ਵੀ ਹੋਵੇ, ਫ੍ਰੈਟਰਨਿਟੀ ਨਾਲ, ਬ੍ਰਦਰਲੀਹੁੱਡ ਦੇ ਨਾਲ ਰਹਿਣ ਸਾਰੇ। ਸੋ ਉਹਦੇ ਬਾਅਦ ਹੈ ਇਨ ਆਵਰ ਕਨਸਟੀਟਿਊਐਂਟ ਅਸੈਂਬਲੀ ਦਿਸ 26th day of November। ਸੋ ਇੱਥੇ ਜਿਹੜੀ ਹੈ ਡੇਟ ਜਿਹੜੀ ਹੈ ਦਿੱਤੀ ਗਈ ਹੈ ਪ੍ਰੀਐਮਬਲ ਦੇ ਵਿੱਚ ਕਿ ਕਦੋਂ ਅਡਾਪਟ ਕੀਤਾ ਗਿਆ ਸੀ ਕਨਸਟੀਟਿਊਸ਼ਨ। ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ 26th day of November, 26 ਨਵੰਬਰ ਨੂੰ, ਕਿਹੜੇ ਈਅਰ ਦੇ ਵਿੱਚ? 1949। ਸੋ 26 ਨਵੰਬਰ 1949 ਨੂੰ ਇਹਨੂੰ ਅਡਾਪਟ ਕੀਤਾ ਗਿਆ ਸੀ। ਡੂ ਹੇਅਰ ਬਾਈ ਅਡਾਪਟ, enact and give to ourselves this constitution। ਸੋ ਅਸੀਂ ਜਿਹੜੇ ਲੋਕ ਆ, the people of India ਜਿਹੜੇ ਆ ਉਹ ਅਡਾਪਟ ਕਰਦੇ ਆ, give to ourselves, ਅਸੀਂ ਆਪਣੇ ਆਪ ਨੂੰ ਕਨਸਟੀਟਿਊਸ਼ਨ ਦੇ ਰਹੇ ਹਾਂ। ਸੋ ਅਸੀਂ ਆਪਣੇ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਹੈ 26 ਨਵੰਬਰ ਨੂੰ। ਸੋ 26 ਨਵੰਬਰ ਨੂੰ ਇਹਨੂੰ ਅਡਾਪਟ ਕੀਤਾ ਗਿਆ ਸੀ। ਕਈ ਜਿਹੜੇ ਸਟੂਡੈਂਟ ਨੇ ਉਹ ਗਲਤ ਨਿਸ਼ਾਨੀ ਲਾਉਂਦੇ ਨੇ ਕਿ 26 ਜਨਵਰੀ ਨੂੰ ਇਹਨੂੰ ਅਡਾਪਟ ਕੀਤਾ ਗਿਆ ਸੀ। ਸੋ 26 ਜਨਵਰੀ ਨੂੰ ਰਿਪਬਲਿਕ ਡੇ ਮਨਾਇਆ ਜਾਂਦਾ ਹੈ, ਬਟ ਕਨਸਟੀਟਿਊਸ਼ਨ ਜਿਹੜਾ ਅਡਾਪਟ ਕੀਤਾ ਗਿਆ ਸੀ ਉਹ ਹੈ 26 ਨਵੰਬਰ 1949 ਨੂੰ। ਸੋ ਇਹ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੀਐਮਬਲ ਹੈ। ਪ੍ਰੀਐਮਬਲ ਜਿਹੜਾ ਹੈ ਡਿਫਾਈਨ ਕਰਦਾ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ ਕੀ ਹੋਏਗਾ। ਸੋ ਇਹ ਸਾਰਾ ਜਿਹੜਾ ਆ ਇਹਨੂੰ ਬੇਸਿਕ ਜਿਹੜਾ ਨੇਚਰ ਕਿਹਾ ਜਾਂਦਾ ਇੰਡੀਅਨ ਕਨਸਟੀਟਿਊਸ਼ਨ ਦੀ, ਕਿ ਬੇਸਿਕ ਨੇਚਰ ਹੈ ਇੰਡੀਅਨ ਕਨਸਟੀਟਿਊਸ਼ਨ ਦੀ, ਇਹਨੂੰ ਬਦਲਿਆ ਨਹੀਂ ਜਾ ਸਕਦਾ। ਬਟ ਇਹਨੂੰ 42nd ਅਮੈਂਡਮੈਂਟ ਦੇ ਵਿੱਚ ਇੱਕ ਵਾਰੀ ਬਦਲਿਆ ਵੀ ਗਿਆ ਸੀ। ਸੋ 42nd ਅਮੈਂਡਮੈਂਟ ਜਿਹੜੀ ਉਹ ਬਹੁਤ ਇੰਪੋਰਟੈਂਟ ਹੈ, ਉਹਨੂੰ ਮਿਨੀ ਕਨਸਟੀਟਿਊਸ਼ਨ ਵੀ ਕਹਿੰਦੇ ਆ ਕਿ ਉਹਦੇ ਵਿੱਚ ਪ੍ਰੀਐਮਬਲ ਨੂੰ ਹੀ ਬਦਲ ਦਿੱਤਾ ਗਿਆ ਸੀ। ਸੋ ਇਹ ਬੇਸਿਕ ਜਿਹੜੀ ਨੇਚਰ ਹੈ ਉਹ ਡਿਫਾਈਨ ਕਰਦਾ ਹੈ ਕਿ ਸਾਡਾ ਕਨਸਟੀਟਿਊਸ਼ਨ ਦੀ ਬੇਸਿਕ ਨੇਚਰ ਕੀ ਆ, ਕਿਹਦੇ ਤੇ ਸਾਡਾ ਜਿਹੜਾ ਦੇਸ਼ ਆ, ਜਿਹੜਾ ਕਨਸਟੀਟਿਊਸ਼ਨ ਹੈ ਬਿਲਡ ਕੀਤਾ ਜਾਏਗਾ। ਸੋ ਇਹ ਸਾਰੀਆਂ ਚੀਜ਼ਾਂ ਇੱਥੇ ਡਿਫਾਈਨ ਨੇ। ਸੋ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਪ੍ਰੀਐਮਬਲ ਨੂੰ ਡਿਫਾਈਨ ਕੀਤਾ ਹੈ। ਨੈਕਸਟ ਵੀਡੀਓ ਦੇ ਵਿੱਚ ਅਸੀਂ ਫੰਡਾਮੈਂਟਲ ਰਾਈਟਸ, ਡਿਊਟੀਜ਼ ਤੇ DPSP ਨੂੰ ਡਿਟੇਲ ਵਿੱਚ ਸਟੱਡੀ ਕਰਾਂਗੇ। ਸੋ ਅੱਜ ਦੀ ਵੀਡੀਓ ਵਾਸਤੇ ਇੰਨਾ ਹੀ। ਥੈਂਕ ਯੂ ਵੈਰੀ ਮਚ।